सत श्री अकाल। अजीत वैब टीवी वेख रहे सारे ही दर्शकों का मैं परमजीत कौर सैनी निग्गा स्वागत करदी हां ते एक बार फिर तो लाइव रूबरू हो चुकी हां प्रोग्राम खबरां दे आर पार लैके देश दुनिया दीयां ताज़ा तरीन खबरां दे बाबत विचार चर्चा करन दे लई अज मेरे नाल स्टूडियो दे विच मौजूद ने सीनियर पत्रकार स्वंत सिंह टैना जी। सब तो पहला टैना साहब स्टूडियो स्वागत है जी। बहुत मेहरबानी जी, धन्यवाद तुहाडा, शुक्रिया जी। जी आर पार दी चर्चा दी शुरुआत कर लैने आ दर्शकों नूं सदा दे के कि तुसीं भी इस विचार चर्चा दा हिस्सा बन सकते हो। कमेंट बॉक्स दे राहीं कमेंट बॉक्स दे विच खबरां दे बाबत विचार राय टिप्पणियां जरूर दिंदे रहो तां जो कुछ चुनिंदा कमेंट्स नूं असीं प्रोग्राम दा हिस्सा बना के उस ते भी विचार चर्चा कर सकी। सो शुरुआत कर लैने आ प्रोग्राम दी ते अज 26 मार्च है, करीब 4 महीने का समा पूरा हो चुका है किसानी अंदोलन नूं दिल्ली दीयां बरूहां ते चलदे होए ते अज संयुक्त किसान मोर्चे दे सद्दे दे उपर भारत बंद है ते भरवां हुंगारा मिलदा होया दिखाई दे रहा है। सब तो पहला टैना साहब खेती कानून नूं रद्द करन दी मंग नूं लैके अंदोलन दी स्थिति की है ते दूजी गल अज भरवां हुंगारा बंद नूं मिल रहा की कहोगे? देखो परम जी, पहली गल तां इह है भी 4 महीने पूरे हो गए। 26 नवंबर नूं किसान दिल्ली दे बार्डरां दे उत्ते जाके बैठे सीगे जी ते अज हैगी 26 मार्च, 4 महीने यानी कि 120 दिन हो गए आ। इन्हां 120 दिनां दे विच किसानां ने देश भर दे किसानां ने जिहड़े सिरड़ दी उदाहरण पेश कीती आ ਉਹਨੂੰ ਲੱਖ ਵਾਰੀ ਸਲਾਮ ਕਰੀਏ ਨਾ, ਇਹ ਉਹ ਵੀ ਥੋੜੀ ਆ। ਇਹ ਉਹ ਵੇਲਾ ਜਦੋਂ ਕੇਂਦਰ ਦੀ ਗੈਂਡੇ ਵਾਲੀ ਚਮੜੀ ਦੇ ਉੱਤੇ ਅਸਰ ਕੋਈ ਨਹੀਂ ਹੋਇਆਗਾ। ਇਹ ਉਹ ਵੇਲਾ ਜਦੋਂ ਕਿਸਾਨਾਂ ਨੇ ਪੈਰ ਪਛਾਹ ਨੂੰ ਨਹੀਂ ਖਿੱਚੇ ਤੇ ਇਹ ਉਹ ਵੇਲਾ ਜਦੋਂ ਬਾਕੀ ਲੋਕਾਂ ਨੂੰ ਵੀ ਮਹਿੰਗਾਈ ਸਤਾ ਰਹੀ ਆ ਪਰ ਸਿਰਫ ਕਿਸਾਨ ਹੀ ਬੈਠੇ ਆ ਕਿਉਂਕਿ ਗੈਰਤ ਸਭ ਤੋਂ ਵੱਧ ਉਹਨਾਂ ਦੇ ਵਿੱਚ ਆ ਜਿਹੜੀ ਇਸ ਵਕਤ ਕੰਧਾਂ ਵੀ ਟੱਪਦੇ ਕਿਸਾਨਾਂ ਨੂੰ ਵੇਖ ਕੇ। ਜਿਵੇਂ ਕਿ ਕੱਲ ਵੀ ਪੰਜਾਬ ਦੇ ਇੱਕ ਬੀਜੇਪੀ ਨੇਤਾ ਨੇ ਬਠਿੰਡੇ ਦੇ ਵਿੱਚ ਕੰਧ ਟੱਪ ਕੇ ਤੇ ਖੜਾ ਛੁਡਾਇਆ, ਕਿਸਾਨ ਆ ਗਏ ਸੀ ਉੱਤੇ। ਉਹ ਕੰਧ ਟੱਪ ਕੇ ਵੀ ਕਹੀ ਜਾਂਦੇ ਜੀ ਕਿ ਕਿਸਾਨ ਗਲਤ ਆ, ਕਿਸਾਨ ਗਲਤ ਆ। ਜੇ ਉਹ ਗਲਤ ਆ ਤੁਸੀਂ ਮੂਹਰੇ ਖੜ ਕੇ ਗੱਲ ਕਹੋ ਕਿ ਭਾਈ ਅਸੀਂ ਸਹੀ ਆ, ਜੋ ਅਸੀਂ ਕੀਤਾ ਉਹ ਸਹੀ ਆ। ਤੁਸੀਂ ਇੰਨੀ ਜਲਾਲਤ ਵੀ ਆਪਦੀ ਝੋਲੀ ਦੇ ਵਿੱਚ ਪਵਾ ਰਹੇ ਆ ਤੇ ਫਿਰ ਵੀ ਤੁਸੀਂ ਕਿਸਾਨਾਂ ਦੇ ਬਾਬਤ 100 ਤਰ੍ਹਾਂ ਦੇ ਬੋਲ ਬੋਲਦੇ ਆ। ਇਹਦੇ ਬਾਰੇ ਕੀ ਕਹੀਏ ਤੇ ਕੀ ਨਾ ਕਹੀਏ। ਸੋ ਕਿਸਾਨ ਆ ਜਿਹੜੇ ਉਹ ਲਗਾਤਾਰ ਗਰਮੀ ਪੂਰੀ ਕੱਢਣ ਨੂੰ ਵੀ ਉੱਥੇ ਬੈਠੇ ਆ। ਕਿਸਾਨਾਂ ਨੇ ਸਾਰੇ ਦਿਨ ਤਿਉਹਾਰ ਆ ਜਿਹੜੇ ਉਹ ਇਸ ਵਕਤ ਬਾਰਡਰਾਂ ਦੇ ਉੱਤੇ ਮਨਾਏ ਆ। ਅੱਜ ਜਦੋਂ 4 ਮਹੀਨੇ ਪੂਰੇ ਹੋ ਗਏ ਆ ਤਾਂ ਕੇਂਦਰ ਦੀ ਹਕੂਮਤ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਵੀ ਤੁਸੀਂ ਕਿਸਾਨਾਂ ਦੇ ਬਾਰੇ ਸੋਚਦੇ ਕੀ ਆ, ਤੁਹਾਡੀ ਅੰਨਦਾਤੇ ਦੇ ਬਾਰੇ ਸੋਚ ਕੀ ਆ। ਚੌਥੇ ਦਿਨ ਕਦੇ ਕੁਛ ਕਹਿ ਦਿਓ ਕਦੇ ਕੁਛ ਕਹਿ ਦਿਓ। ਇਹ ਉਹੀ ਪ੍ਰਧਾਨ ਮੰਤਰੀ ਸਾਹਿਬ ਆ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਤਾਂ ਕਹਿੰਦੇ ਹੁੰਦੇ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ। ਕੇਂਦਰ ਦੀ ਸਰਕਾਰ ਸੂਬਿਆਂ ਨੂੰ ਵੱਧ ਅਧਿਕਾਰ ਕਿਉਂ ਨਹੀਂ ਦਿੰਦੀ ਤੇ ਹੁਣ ਦਿੱਲੀ ਦੇ ਅਧਿਕਾਰ ਖੋਣ ਲੱਗ ਪਈ ਆ। ਹੁਣ ਉਹਨਾਂ ਨੇ ਉੱਥੇ ਉਪ ਰਾਜਪਾਲ ਦੀਆਂ ਤਾਕਤਾਂ ਵਧਾਉਣ ਵਾਲਾ ਬਿੱਲ ਲਿਆਂਦਾ ਜਿਹੜਾ ਰਾਜ ਸਭਾ 'ਚ ਵੀ ਪਾਸ ਹੋ ਗਿਆ। ਹੁਣ ਉਹ ਰਾਸ਼ਟਰਪਤੀ ਦੇ ਮੇਜ਼ ਦੇ ਉੱਤੇ ਜਾਣਾ। ਇਹ ਕਿਹੜਾ ਕਿਸਾਨਾਂ ਦਾ ਮੁੱਦਾ ਵੀ ਜਿਹੜਾ ਰਾਸ਼ਟਰਪਤੀ ਨੇ ਘੁੱਗੀ ਨਹੀਂ ਮਾਰਨੀਗੀ, ਇੱਥੇ ਤਾਂ ਸਕਿੰਟ ਦੇ ਵਿੱਚ ਘੁੱਗੀ ਮਾਰ ਕੇ ਪਰੇ ਕਰਨਾ ਤੇ ਬਾਅਦ ਦੇ ਵਿੱਚ ਉੱਥੇ ਕੇਜਰੀਵਾਲ ਦੀਆਂ ਸ਼ਕਤੀਆਂ ਘਟ ਜਾਣੀਆਂ ਸਰਕਾਰ ਦੀਆਂ ਤੇ ਉਪ ਰਾਜਪਾਲ ਦੀਆਂ ਵੱਧ ਜਾਣੀਆਂ। ਸੋ ਇਹ ਉਹ ਵੇਲਾ ਜਦੋਂ ਕਿ ਹੋਰ ਕੋਈ ਬੋਲਦਾ ਨਹੀਂ, ਸਿਰਫ ਕਿਸਾਨ ਹੀ ਬੋਲਦੇ ਆ ਤੇ ਕਿਸਾਨ ਇਸੇ ਕਰਕੇ ਮਾੜੇ ਲੱਗਦੇ ਆ। ਇਹਨਾਂ 4 ਮਹੀਨਿਆਂ 'ਚ ਕਿਸਾਨਾਂ ਨੂੰ ਅੱਤਵਾਦੀ ਵੀ ਕਹਿ ਲਿਆ, ਦਹਿਸ਼ਤਗਰਦ ਵੀ ਕਹਿ ਲਿਆ, ਫੰਡਿੰਗ ਤੇ ਪਲਣ ਵਾਲੇ ਵੀ ਕਹਿ ਲਿਆ, ਇਹਨਾਂ ਨੂੰ ਅਯਾਸ਼ ਵੀ ਕਹਿ ਲਿਆ, ਇਹਨਾਂ ਨੂੰ ਪਿਕਨਿਕ ਵਾਲੇ ਵੀ ਕਹਿ ਲਿਆ, ਇਹਨਾਂ ਨੂੰ 100-100 ਰੁਪਏ ਦੇ ਉੱਤੇ ਵਿਕਣ ਵਾਲੀਆਂ ਮਾਵਾਂ ਭੈਣਾਂ ਨੂੰ ਇਹ ਵੀ ਕਹਿ ਲਿਆ। ਪਰ ਉਹ ਫਿਰ ਵੀ ਸੂਰਮੇ ਡਟੇ ਹੋਏ ਆ ਤੇ ਡਟੇ ਹੋਏ ਸੂਰਮਿਆਂ ਨੂੰ ਹਮੇਸ਼ਾ ਇਤਿਹਾਸ ਦੇ ਵਿੱਚ ਚੇਤੇ ਕੀਤਾ ਜਾਂਦਾ। ਇਹਨਾਂ ਨੂੰ ਵੀ ਚੇਤੇ ਕੀਤਾ ਜਾਊਗਾ। ਸੋ ਅੱਜ ਭਾਰਤ ਬੰਦ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ। ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਇਹ ਬੰਦ ਦਾ ਸੱਦਾ ਸੀਗਾ। ਸੰਯੁਕਤ ਕਿਸਾਨ ਮੋਰਚੇ ਨੇ ਗੱਲ ਕਹੀ ਹੈ ਵੀ ਅੱਜ ਵਾਲੇ ਭਾਰਤ ਬੰਦ ਦੇ ਨਾਲ ਮੋਦੀ ਦੀਆਂ ਕੰਨਾਂ ਦੇ ਵਿੱਚੋਂ ਧੂਆਂ ਜ਼ਰੂਰ ਕੱਢਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਸ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਗੂੰਗੀ ਬੋਲੀ ਹੋ ਚੁੱਕੀ ਹੈ ਉਹਨੂੰ ਅਸੀਂ ਜਗਾਉਣ ਦੇ ਲਈ ਸਾਰਾ ਕੁਝ ਕਰ ਰਹੇ ਹਾਂ। ਪਿਛਲੇ ਦਿਨੀ 4 ਘੰਟੇ ਬੰਦ ਦਾ ਸੱਦਾ ਸੀ, ਅੱਜ 12 ਘੰਟੇ ਆ ਤੇ ਅੱਜ ਮੈਨੂੰ ਲੱਗਦਾ ਵੀ ਆਥਣ ਤੱਕ ਖਬਰਾਂ ਇਹੀ ਆਉਣਗੀਆਂ ਵੀ ਭਰਪੂਰ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ, ਯੂਪੀ ਤੇ ਰਾਜਸਥਾਨ ਦੇ ਵਿੱਚ ਤਾਂ ਜ਼ਬਰਦਸਤ ਹੁੰਗਾਰਾ ਹੈਗਾ। ਸੋ ਬਾਕੀ ਵਕਤ ਦੱਸੂਗਾ ਅਗਲੀਆਂ ਯੋਜਨਾਵਾਂ ਕੀ ਹੈ। ਪਰ ਮੋਦੀ ਸਰਕਾਰ ਨੂੰ ਹਲੂਣਨ ਦੇ ਲਈ ਇਹ ਬਹੁਤ ਵੱਡਾ ਉਪਰਾਲਾ ਹੈਗਾ ਤੇ ਜਿਹੜੇ ਵੀ ਕਿਸਾਨਾਂ ਨੇ ਇਹ ਉਪਰਾਲਾ ਕੀਤਾ ਧੰਨਵਾਦ ਉਹਨਾਂ ਦਾ। ਉਸ ਤੋਂ ਅਗਲੀ ਗੱਲ ਇਹ ਹੈ ਵੀ ਕਿਸਾਨਾਂ ਦੇ ਅੰਦਰ ਸੰਵੇਦਨਸ਼ੀਲਤਾ ਵੀ ਹੈ। ਉਹਨਾਂ ਨੇ ਪਰਚੂਨ ਦੀਆਂ, ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹਣ ਦੀ ਗੱਲ ਕੀਤੀ ਹੈ। ਉਹਨਾਂ ਨੇ ਦਵਾਈਆਂ ਦੀਆਂ ਦੁਕਾਨਾਂ ਬੰਦ ਨਾ ਕੀਤੀਆਂ ਜਾਣੇ ਵੀ ਗੱਲ ਕਹੀ ਹੈ। ਜਿਹੜੇ ਆਨੰਦਪੁਰ ਸਾਹਿਬ ਨੂੰ ਹੋਲੇ ਮੁਹੱਲੇ ਤੇ ਜਾਂਦੀ ਸੰਗਤ ਉਹਨਾਂ ਨੂੰ ਰਾਹ ਦੇ ਵਿੱਚ ਰੋਕਣ ਦੀ ਨਾ ਗੱਲ ਕੀਤੀ ਹੈ। ਪਰ ਰੇਲ ਗੱਡੀਆਂ, ਸਰਕਾਰੀ, ਗੈਰ ਸਰਕਾਰੀ ਸਾਰੇ ਦਫ਼ਤਰ ਅੱਜ ਬੰਦ ਰਹਿਣਗੇ। ਸੋ ਇਸ ਬੰਦ ਨੂੰ ਸਫਲ ਬਣਾਉਣ ਦੇ ਲਈ ਜਿਨ੍ਹਾਂ ਲੋਕਾਂ ਨੇ ਯੋਗਦਾਨ ਪਾਇਆ ਧੰਨਵਾਦ ਉਹਨਾਂ ਦਾ। ਬਿਲਕੁਲ ਟੈਨਾ ਸਾਹਿਬ, ਜਿਵੇਂ ਬੰਦ ਦੀ ਵੀ ਗੱਲ ਕੀਤੀ ਹੈ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲਗਾਤਾਰ ਜੋ ਜ਼ਮੀਨੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ, ਲੋਕੀ ਸਮਰਥਨ ਕਰ ਰਹੇ ਨੇ, ਚਾਹੇ ਉਹ ਟਰਾਂਸਪੋਰਟ ਯੂਨੀਅਨ ਹੋਵੇ, ਡੈਰੀ ਯੂਨੀਅਨ ਹੋਵੇ, ਹਰ ਵਰਗ ਜੋ ਵੀ ਕਿਸਾਨ ਹਿਤੈਸ਼ੀ ਹੈ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਹ ਹੈ ਕਿ ਕਿਸਾਨਾਂ ਦੇ ਵੱਲੋਂ ਬੰਦ ਦੇ ਸੱਦੇ ਦਾ ਅਸਰ ਦੇਖਣ ਨੂੰ ਮਿਲ ਰਿਹਾ, ਪਰ ਮੋਦੀ ਸਰਕਾਰ ਤੇ ਇਹਦਾ ਕੀ ਅਸਰ ਹੋ ਸਕਦਾ ਹੈ, ਕੀ ਕਹੋਗੇ? ਦੇਖੋ ਗੱਲ ਇਹ ਹੈ ਵੀ ਮੋਦੀ ਸਰਕਾਰ ਨੇ ਅੱਜ ਤੱਕ ਕਿਸੇ ਦੀ ਮੰਨੀ ਨਹੀਂ, ਸਿਰਫ ਤੇ ਸਿਰਫ ਮਨਾਈ ਹੈ।
ਤੁਸੀਂ ਇਹ ਦੇਖੋ, ਇਸ ਤੋਂ ਪਹਿਲਾਂ ਜਿੰਨੇ ਕਾਨੂੰਨ ਬਣੇ ਆ, CAA ਲਿਆਓ, ਆਹ ਕਰ ਲਓ, ਉਹ ਕਰ ਲਓ, ਧਾਰਾ 370 ਹਟਾ ਦਿਓ, ਨੋਟਬੰਦੀ ਲਿਆਓ, GST ਲਾਗੂ ਕਰ ਦਿਓ, ਉਹਨੂੰ ਕਰ ਦਿਓ, ਆ ਹੁਣੇ ਦਿੱਲੀ ਵਾਲਾ ਮਸਲਾ ਜਿਹੜਾ, ਇਸ ਤੋਂ ਬਿਨਾਂ ਬਹੁਤ ਸਾਰੇ ਮਸਲੇ ਆ ਜਿਹੜੇ ਇਹਨਾਂ ਨੇ ਕਦੇ ਸੋਚੇ ਵਿਚਾਰੇ ਹੈ ਹੀ ਨਹੀਂਗੇ, ਜਿਹੜੇ ਇਹਨਾਂ ਨੇ ਕਦੇ ਕਿਸੇ ਦੀ ਸੁਣ ਕੇ ਫੇਰ ਲਾਗੂ ਨਿਯਮ ਕੀਤੇ ਹੀ ਨਹੀਂਗੇ। ਇਹ ਪਹਿਲੀ ਵਾਰ ਸਾਹਮਣਾ ਕਰਨਾ ਪੈ ਰਿਹਾ ਵੀ ਕਿਸੇ ਨੇ ਗੈਰਤਮੰਦੀ ਦੇ ਨਾਲ ਇੰਨਾ ਕੁਝ ਕੀਤਾ, ਇਦਾਂ ਉਹ ਬਾਰਡਰਾਂ ਦੇ ਉੱਤੇ ਬੈਠੇ ਹੋਏ ਆ। ਜੇਕਰ ਹੁਣ ਉਹ ਮੰਨਦੇ ਆ ਕਿਸਾਨਾਂ ਦੀ ਤੇ ਉਹ ਸੋਚ ਰਹੇ ਸਾਡੇ 56 ਇੰਚ ਡਿਸੀਜਨ ਦਾ ਕੀ ਬਣੂਗਾ। ਹੁਣ ਤੱਕ ਤਾਂ ਅਰਬਾਂ ਰੁਪਈਆ ਲਾ ਕੇ ਦੇਸ਼ ਦਾ ਇਹ ਸਾਬਤ ਕੀਤਾ ਵੀ ਅਸੀਂ ਜੋ ਕਰਦੇ ਹੁੰਨੇ, ਅਸੀਂ ਪਾਕਿਸਤਾਨ ਨੂੰ ਦੰਦਲਾ ਪਾਤੀਆਂ, ਅਸੀਂ ਚੀਨ ਨੂੰ ਅੰਦਰ ਨਹੀਂ ਵੜਨ ਦਿੱਤਾ, ਅਸੀਂ ਜੀ ਆਹ ਸਟ੍ਰਾਈਕ ਕਰਤੀ ਆ। ਹੁਣ ਬੀਜੇਪੀ ਦੇ ਕੁਝ ਨੇਤਾ ਕਹਿੰਦੇ ਵੀ ਸਾਡੀ ਹੇਠੀ ਬਹੁਤ ਹੋਣੀ ਆ। ਪੱਛਮੀ ਬੰਗਾਲ ਦੇ ਵਿੱਚ ਜਾ ਕੇ ਇਹਨਾਂ ਦੇ ਵੱਲੋਂ ਕਿਸਾਨੀ ਦੇ ਨਾਂ ਦੇ ਉੱਤੇ, ਬਿੱਲਾਂ ਦੇ ਨਾਂ ਦੇ ਉੱਤੇ ਕਿਉਂ ਨਹੀਂ ਵੋਟਾਂ ਮੰਗੀਆਂ ਜਾਂਦੀਆਂ? ਜੇ ਇਹ ਕਾਨੂੰਨ ਇਹਨੇ ਚੰਗੇ ਆ, ਇਹ 5 ਸੂਬਿਆਂ ਦੇ ਵਿੱਚ ਕਹਿਣ ਵੀ ਅਸੀਂ ਬਹੁਤ ਕਮਾਲ ਦੇ ਖੇਤੀ ਕਾਨੂੰਨ ਲੈ ਕੇ ਆਏ ਆ, ਤੁਸੀਂ ਸਾਨੂੰ ਜਿਤਾਓ, ਇਹੋ ਜਿਹੇ ਹੋਰ ਕਾਨੂੰਨ ਲੈ ਕੇ ਆਵਾਂਗੇ, ਫਿਰ ਤੁਹਾਨੂੰ ਆਪੇ ਪਤਾ ਲੱਗ ਜੂ ਵੀ ਭਾਈ ਲੋਕ ਕੀ ਸੋਚਦੇ ਆ। ਪਰ ਇਹਨਾਂ ਦੇ ਵੱਲੋਂ ਹਾਲੇ ਤੱਕ ਸੋਚਿਆ ਨਹੀਂ ਜਾ ਰਿਹਾ। ਮੈਨੂੰ ਲੱਗਦਾ ਵੀ ਆਉਂਦੇ ਸਮੇਂ ਦੇ ਵਿੱਚ ਸੋਚਣਾ ਪਊਗਾ। ਪਰ ਬੇਨਤੀ ਇਹ ਆ ਵੀ ਜਿਹੜੇ ਕਿਸਾਨ ਆ ਨਾ, ਉਹਨਾਂ ਨੂੰ ਮਾੜਾ ਨਾ ਕਿਹਾ ਜਾਵੇ, ਜੇਕਰ ਆਪਾਂ ਚੰਗਾ ਨਹੀਂ ਕਹਿ ਸਕਦੇ। ਬਹੁਤ ਸਾਰੇ ਲੋਕ ਵਿਚਾਰ ਪੇਸ਼ ਕਰਦੇ ਆ, ਲੋ ਜੀ ਰਾਜੇਵਾਲ ਵਿਕਿਆ ਹੈ, ਲੋ ਜੀ ਜੋਗਿੰਦਰਪਾਲ ਵੀ ਵਿਕ ਗਿਆ ਹੈ, ਲੋ ਜੀ ਉਗਰਾਹਾਂ ਵੀ ਵਿਕ ਗਿਆ ਹੈ, ਦਰਸ਼ਨਪਾਲ ਡਾਕਟਰ ਵਿਕਿਆ ਹੈ, ਫਲਾਣੇ ਏਦਾਂ ਹਨ, ਫਲਾਣੇ ਟੁੱਟ ਗਏ ਹਨ, ਫਲਾਣੇ ਅੰਦਰ ਖਾਤੇ ਮਿਲ ਗਏ ਹਨ। ਜੇ ਤੁਸੀਂ ਕੁਝ ਹੋਰ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਇਹ ਵੀ ਨਹੀਂ ਕਰਨਾ ਚਾਹੀਦਾ। ਤੇ ਜੇਕਰ ਸਾਡੇ ਕੋਲੇ ਸਬੂਤ ਹੈਗੇ ਆ ਤਾਂ ਫਿਰ ਪਹਿਲਾਂ ਸਬੂਤ ਮੂਰੇ ਰੱਖਣੇ ਚਾਹੀਦੇ, ਅਗਲੀ ਗੱਲ ਫੇਰ ਕਰਨੀ ਚਾਹੀਦੀ। ਬਿਲਕੁਲ ਬਿਲਕੁਲ। ਸੋ ਲਗਾਤਾਰ 4 ਮਹੀਨੇ ਦਾ ਸਮਾਂ ਹੋ ਚੁੱਕਾ ਹੈ, ਪਰ ਜੇਕਰ ਦੇਖੀਏ ਤਾਂ ਕਿਸਾਨ ਅੰਦੋਲਨ ਨੂੰ ਚੱਲਦੇ ਹੋਏ 4 ਮਹੀਨੇ ਨਹੀਂ ਜ਼ਿਆਦਾ ਸਮਾਂ ਹੋ ਚੁੱਕਾ ਹੈ, ਕਿਉਂਕਿ ਅੰਦੋਲਨ ਪਹਿਲਾਂ ਪੰਜਾਬ ਤੱਕ ਸੀਮਿਤ ਸੀ। ਇਹਨਾਂ ਨੇ ਇੱਥੋਂ ਕੋਸ਼ਿਸ਼ ਕੀਤੀ ਸੀ ਕਿ ਕੇਂਦਰ ਸਰਕਾਰ ਸੁਣਵਾਈ ਕਰੇ, ਪਰ ਸੁਣਵਾਈ ਹੋਈ ਨਹੀਂ, ਜਿਸ ਤੋਂ ਬਾਅਦ ਦਿੱਲੀ ਦੇ ਵੱਲ ਨੂੰ ਕੂਚ ਕੀਤੀ ਗਈ। ਸੋ ਲਗਾਤਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜੋ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਨੇ, ਪਰ ਮੋਦੀ ਸਰਕਾਰ 22 ਜਨਵਰੀ ਦੀ ਬੈਠਕ ਤੋਂ ਬਾਅਦ ਟਸ ਤੋਂ ਮਸ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ। ਕਿਹਾ ਵੀ ਜਾ ਰਿਹਾ ਕਿ ਜੋ 5 ਰਾਜਾਂ 'ਚ ਚੋਣਾਂ ਹੋ ਰਹੀਆਂ ਨੇ, ਹਜੇ ਧਿਆਨ ਸਰਕਾਰ ਦਾ ਉਸ ਪਾਸੇ ਹੈ ਤੇ ਜੋ ਨਤੀਜੇ ਉਹਨਾਂ 5 ਰਾਜਾਂ 'ਚ ਚੋਣਾਂ ਦੇ ਆਣਗੇ, ਉਹਨਾਂ ਨਤੀਜਿਆਂ ਤੇ ਜੋ ਨਿਰਭਰ ਕਰਦੀ ਹੈ ਕਿ ਕਿਸਾਨ ਅੰਦੋਲਨ ਸੰਬੰਧੀ ਮੋਦੀ ਸਰਕਾਰ ਕੀ ਫੈਸਲਾ ਲਏਗੀ। ਟੈਣਾ ਸਾਹਿਬ, ਪੱਛਮੀ ਬੰਗਾਲ, ਇਹਨਾਂ ਸਾਰੇ ਸੂਬੇ, ਜਿਵੇਂ ਤੁਸੀਂ ਵੀ ਗੱਲ ਕੀਤੀ ਕਿ ਜੇਕਰ ਤੁਹਾਡੇ 'ਚ ਦਮ ਹੈ ਤਾਂ ਤੁਸੀਂ ਕਿਸਾਨੀ ਕਾਨੂੰਨਾਂ ਦੇ ਸੰਬੰਧੀ ਲੈ ਕੇ ਜਾਓ, ਵੋਟਾਂ ਮੰਗੋ। ਜੇਕਰ ਪੱਛਮੀ ਬੰਗਾਲ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ, ਬਾਕੀ 4 ਸੂਬੇ ਘੱਟ ਤੋਂ ਰਹੇ ਹੈ। ਹੁਣ ਚੋਣਾਂ ਕੱਲ ਜੋ ਉੱਥੇ ਵੀ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਏਗੀ, ਮਤਦਾਨ ਸ਼ੁਰੂ ਹੋ ਜਾਏਗੀ ਪ੍ਰਕਿਰਿਆ, ਕੀ ਉੱਥੇ ਇਹਨਾਂ ਦੇ ਮੁੱਦੇ ਰਹੇ ਹੈ, ਕਿਹੋ ਜਿਹੀ ਟੱਕਰ ਮਿਲ ਰਹੀ ਹੈ? ਕਿਉਂਕਿ ਕਿਸਾਨ ਪੱਛਮੀ ਬੰਗਾਲ ਤੇ ਹੋਰਨਾਂ ਸੂਬਿਆਂ ਵਿੱਚ ਵੀ ਗਏ ਹੈ ਲੋਕਾਂ ਨੂੰ ਇਹ ਕਹਿਣ ਦੇ ਲਈ ਕਿ ਭਾਜਪਾ ਸਰਕਾਰ ਜੋ ਧੋਖਾਧੜੀ ਕਰ ਰਹੀ ਹੈ। ਕਿੰਜ ਕਰ ਦੇਖੋ, ਤੁਸੀਂ ਮਤਦਾਨ ਦੀ ਗੱਲ ਕੀਤੀ ਹੈ, ਮੈਂ ਚਾਹੁੰਦਾ ਵੀ ਕੁਦਰਤ ਇਹਨਾਂ ਨੂੰ ਮਤ ਵੀ ਦਾਨ ਕਰੇ। ਇਹਨਾਂ ਨੂੰ ਮਤ ਹੈ ਨਹੀਂ ਗੀ। ਜਿਹੋ ਜਿਹਾ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਨੇ ਯਕੜਵਾਦ ਕੀ ਸ਼ੁਰੂ ਕੀਤਾ, ਉਹਨੂੰ ਦੇਖ ਕੇ ਤਾਂ ਸ਼ਰਮ ਆਉਂਦੀ ਆ ਵੀ ਅਸੀਂ ਇਹਨਾਂ ਲੋਕਾਂ ਨੂੰ ਚੁਣਦੇ ਰਹੇ ਆ। ਮੈਂ ਤੁਹਾਨੂੰ 1-2 ਨਿੱਕੀਆਂ ਉਦਾਹਰਨਾਂ ਦਿੰਨਾ। ਪੱਛਮੀ ਬੰਗਾਲ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਦਾ ਨਾਂ ਹੈਗਾ ਦਲੀਪ ਘੋਸ਼। ਦਲੀਪ ਘੋਸ਼ ਨੇ ਇੱਕ ਥਾਂ ਦੇ ਉੱਤੇ ਇਹ ਗੱਲ ਕਹੀ ਆ, ਸਿੱਧੇ ਤਰੀਕੇ ਦੇ ਨਾਲ ਮਮਤਾ ਬੈਨਰਜੀ ਦੇ ਉੱਤੇ ਵਿਅੰਗ ਕੀਤਾ। ਕਹਿੰਦੇ ਵੀ ਦੇਖੋ, ਪਹਿਲਾਂ ਤੇਰੀ ਲੱਤ ਦੇ ਉੱਤੇ ਪਲਾਸਟਰ ਲੱਗਾ ਸੀ, ਫਿਰ ਉਹ ਲਵਾ ਕੇ ਇਹਨੇ ਪੱਟੀ ਬਣਵਾ ਲਈ। ਹੁਣ ਵੀ ਕਹਿੰਦਾ ਮੈਂ ਭਾਰਤ ਦੀ ਪਹਿਲੀ ਔਰਤ ਦੇਖੀ ਹੈ ਜਿਹੜੀ ਇੱਕ ਲੱਤ ਨੂੰ ਪੂਰੀ ਤਰ੍ਹਾਂ ਸਾੜੀ ਨਾਲ ਢੱਕ ਲੈਂਦੀ ਹੈ, ਇੱਕ ਲੱਤ ਨੰਗੀ ਰੱਖਦੀ ਹੈ। ਇਹ ਔਰਤ ਜਦੋਂ ਪ੍ਰਚਾਰ ਕਰਨ ਜਾਂਦੀ, ਮੂਹਰੇ ਮੇਜ਼ ਰੱਖ ਕੇ ਲੋਕਾਂ ਦੇ ਵੱਲ ਪੈਰ ਕਰ ਲੈਂਦੀ ਹੈ। ਤੇ ਇਹਨੂੰ ਨੀਕਰ ਪਾ ਲੈਣੀ ਚਾਹੀਦੀ ਹੈ, ਨਾਲੇ ਲੱਤ ਚੰਗੀ ਤਰ੍ਹਾਂ ਦਿਸੇ, ਇਹਨੂੰ ਪਤਾ ਲੱਗੇ ਲੋਕਾਂ ਨੂੰ ਵੀ ਭਾਈ ਇਹਦੇ ਇੱਥੇ ਸੱਟ ਲੱਗੀ ਹੈ। ਇਹ ਤਾਂ ਇਹਨਾਂ ਦੀ ਮੱਤ ਆ। ਇਹ ਆ ਔਰਤਾਂ ਦੀਆਂ ਇੱਜ਼ਤਾਂ ਦੇ ਰਾਖੇ। ਇਹ ਹੈਗੇ ਆ ਭਾਰਤ ਦੇ ਵਿੱਚ ਲੋਕਾਂ ਨੂੰ ਏਕਤਾ ਦਾ ਪਾਠ ਪੜਾਉਣ ਵਾਲੇ, ਅਖੰਡਤਾ ਦੀ ਬਾਤ ਸਮਝਾਉਣ ਵਾਲੇ, ਜਿਨ੍ਹਾਂ ਨੂੰ ਇਹ ਨਹੀਂ ਪਤਾਗਾ ਵੀ ਭਾਈ ਅਸੀਂ ਕਿਹੜੀ ਗੱਲ ਕਿਹੜੇ ਮੌਕੇ ਦੇ ਉੱਤੇ ਕਹਿਣੀ ਆ, ਮੂੰਹ ਦੇ ਵਿੱਚੋਂ ਜੋ ਆ ਗਿਆ ਕੱਢ ਮਾਰਦੇ ਆ। ਇਹ ਉਹ ਲੋਕ ਆ ਜਿਹੜੇ ਉਹਨੂੰ ਹਰ ਰੋਜ਼ ਦੀਦੀ ਵੀ ਕਹਿੰਦੇ ਆ, ਤੇ ਇੱਕ ਗੱਲ ਹੋਰ ਵੀ ਕਹੀ ਜਾਂਦੇ, ਦੀਦੀ ਕੀ ਹਮ ਤੋਂ ਪੀਠ ਲਵਾ ਦੇਂਗੇ। ਆਪਦੀ ਭੈੜ ਦੀ ਪਿੱਠ ਲਵਾਉਣ ਨੂੰ ਫਿਰਦੇ ਆ। ਇਹ ਪਹਿਲੇ ਨੇਤਾ ਇਹੋ ਜਿਹੇ ਆ। ਤੁਸੀਂ ਉਹਨੂੰ ਦੀਦੀ ਨਾ ਕਹੋ ਜਦੋਂ ਤੁਹਾਨੂੰ ਵੀਰਾ ਨਹੀਂ ਕਹਿੰਦੀਗੀ, ਤੇ ਜਾਂ ਤੁਸੀਂ ਕਹੋ ਵੀ ਮਮਤਾ ਬੈਨਰਜੀ, ਜਾਂ ਕਹੋ ਵੀ ਦੀਦੀ ਜੀ ਦੇ ਬਾਰੇ ਅਸੀਂ ਮਾੜਾ ਨਹੀਂ ਕਹਿਣਾਗਾ। ਮੈਂ ਹੈਰਾਨ ਆ ਵੀ ਸਾਡੀ ਭਾਰਤੀ ਸੰਸਕ੍ਰਿਤੀ ਦੀ ਇਹ ਗੱਲ ਕਰਦੇ ਆ, ਹਮ ਦੀਦੀ ਕੋ 2 ਮਈ ਕੋ ਦੜਾ ਦੇਂਗੇ, ਆਪਦੀ ਭੈਣ ਨੂੰ ਭਜਾਉਣ ਨੂੰ ਫਿਰਦੇ ਆ। ਇਹਦਾ ਮਤਲਬ ਇਹ ਆ, ਮੈਂ ਦੁਖੀ ਹੁੰਨਾ ਇਸ ਗੱਲ ਦੇ ਉੱਤੇ ਵੀ ਇਹ ਕਿੱਦਾਂ ਦੀ ਸ਼ਬਦਾਵਲੀ ਵਰਤਦੇ ਆ। ਤੁਸੀਂ ਇਹ ਕਹੋ ਵੀ ਅਸੀਂ ਭਾਰਤ ਦੇ ਵਿੱਚ ਵਿਕਾਸ ਬਹੁਤ ਕੀਤਾ, ਬਾਕੀ ਸੂਬਿਆਂ ਦੇ ਵਿੱਚ ਕਰ ਦਿਖਾਇਆ, ਆਹ ਦੇਖੋ ਇਹਦਾ ਨਮੂਨਾ, ਆਹ ਦੇਖੋ ਜੀ ਇਹਦਾ ਵੇਰਵਾ। ਤੇ ਹੁਣ ਜੇਕਰ ਮੌਕਾ ਮਿਲ ਗਿਆ ਅਸੀਂ ਪੱਛਮੀ ਬੰਗਾਲ ਦੇ ਵਿੱਚ ਵੀ ਆਹ ਕਰਾਂਗੇ। ਹਰ ਵਾਰ ਧਰਮ ਦੀ ਗੱਲ, ਧਰਮ ਆਹੀ ਕਰੀ ਜਾਂਦੇ ਆ। ਭਗਵਾਂ ਕਰਨ ਆਹੀ ਗੱਲ ਕਰੀ ਜਾਂਦੇ ਆ। ਅਮਿਤ ਸ਼ਾਹ ਹੋਰੀ ਗਏ ਲੰਘੇ, ਕੱਲ ਉਹਨੇ ਰੈਲੀ ਕੀਤੀ ਆ। ਉਹ ਕਹਿੰਦੇ ਸਾਨੂੰ ਮੌਕਾ ਦਿਓ, ਪੱਛਮੀ ਬੰਗਾਲ ਦੇ ਵਿੱਚ 5 ਸਾਲਾਂ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਰੁਜ਼ਗਾਰ ਪਹੁੰਚ ਜਾਊਗਾ। ਮੈਂ ਕਿਹਾ ਵੀ ਆਹ ਤਾਂ ਗੱਲ ਕੈਪਟਨ ਤੋਂ ਸਿੱਖੀ ਆ। ਘਰ ਰੁਜ਼ਗਾਰ ਵਾਲੀ ਗੱਲ ਇੱਥੋਂ ਹੀ ਸਿੱਖ ਕੇ ਗਏ ਆ, ਇੱਥੋਂ ਹੀ ਮਾੜਾ ਕਹਿੰਦੇ ਆ। ਜਿਵੇਂ ਇੱਥੇ ਪੰਜਾਬ
ਦੇ ਵਿੱਚ ਮਿਲਿਆ ਉਵੇਂ ਪੱਛਮੀ ਬੰਗਾਲ 'ਚ ਵੀ ਮਿਲੂਗਾ। ਦੂਜੀ ਗੱਲ ਮੈਂ ਸੋਚੀ ਵੀ ਹੋ ਸਕਦਾ ਦੇ ਵੀ ਦੇਣ, ਇਹਨਾਂ ਦਾ ਕੀ ਪਤਾ ਹੁੰਦਾ, ਇਹ ਇਉਂ ਹੀ ਕਰਦੇ ਹੁੰਦੇ ਆ। ਆਹ ਦੇਖੋ ਜੀ ਯੂਪੀ ਦੇ ਵਿੱਚ ਬੀਜੇਪੀ ਦੀ ਸਰਕਾਰ ਆ, ਨੌਜਵਾਨ ਭੱਜ ਕੇ ਹੋਰ ਸੂਬੇ 'ਚ ਜਾਂਦੇ ਵੀ ਸਾਨੂੰ ਢਾਹ ਕੇ ਨੌਕਰੀ ਦਿੰਦੇ ਆ। ਆਹ ਹਰਿਆਣੇ 'ਚ ਇਹਨਾਂ ਦੀ ਸਰਕਾਰ ਆ, ਉੱਥੇ 3-3 4-4 ਰੁਜ਼ਗਾਰ ਇਕੱਠੀ ਦਿੱਤੇ ਇੱਕ ਬੰਦੇ ਨੂੰ। ਸੋ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਤੁਸੀਂ ਸੋਚਦੇ ਕੀ ਆ। ਜਦੋਂ ਇਹਨਾਂ ਨੇ ਥੁੱਕ ਨਾਲ ਵੜੇ ਪਕਾਉਣੇ ਆ ਤਾਂ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ, ਤਾਮਿਲਨਾਡੂ ਤੋਂ ਇੱਕ ਆਜ਼ਾਦ ਉਮੀਦਵਾਰ ਖੜਾ ਹੋਇਆ, ਉਹਦਾ ਨਾਂ ਹੈਗਾ ਤੁਲਮ ਸਵਰਨਨ। ਉਹਨੇ ਬੜੇ ਵਾਅਦੇ ਕੀਤੇ ਆ। ਉਹ ਕਹਿੰਦਾ ਜੀ ਮੈਨੂੰ ਵੋਟਾਂ ਪਾਓ, ਮੈਨੂੰ ਜਿਤਾਓ, ਮੈਂ ਤੁਹਾਨੂੰ 3-3 ਮੰਜ਼ਲਾ ਇੱਕ ਘਰ ਲੈ ਕੇ ਦੇਵਾਂਗਾ, ਮੈਂ ਤੁਹਾਨੂੰ ਕਹਿੰਦਾ ਜੀ ਚੰਦ ਦੀ ਸੈਰ ਕਰਵਾਉਂਗਾ, ਮੈਂ ਤੁਹਾਨੂੰ ਸੋਨੇ ਦੇ ਵਿੱਚ ਤੋਲ ਦੂੰਗਾ, ਮੈਂ ਤੁਹਾਡੇ ਇੱਥੇ ਇਲਾਕੇ ਦੇ ਵਿੱਚ ਗਰਮੀ ਨੂੰ ਘਟਾਉਣ ਦੇ ਲਈ 300 ਫੁੱਟ ਉੱਚਾ ਪਹਾੜ ਆ ਜਿਹੜਾ ਉਹ ਬਰਫ਼ ਦਾ ਖੜਾ ਕਰ ਦੂੰਗਾ, ਕਹਿੰਦਾ ਮੈਂ ਇੱਥੇ ਝੀਲਾਂ ਬਣਾ ਦੂੰਗਾ, ਕਹਿੰਦਾ ਮੈਂ ਇੱਥੇ ਰਾਕਟ ਪੈਡ ਆ ਜਿਹੜਾ ਉਹ ਲਿਆਉਂਗਾ, ਮੈਂ ਪੁਲਾੜ ਯਾਤਰਾ ਇੱਥੋਂ ਤੁਹਾਡੀ ਸ਼ੁਰੂ ਕਰਵਾ ਦੂੰਗਾ, ਕਹਿੰਦਾ ਜੀ ਤੁਸੀਂ ਦੇਖਿਓ ਮੈਂ ਤੁਹਾਨੂੰ ਕੀ ਦਿੰਨਾ, ਮੈਂ ਤੁਹਾਨੂੰ ਮਿੰਨੀ ਹੈਲੀਕਾਪਟਰ ਹਰ ਟੱਬਰ ਨੂੰ ਇੱਕ ਲੈ ਕੇ ਦੇਵਾਂਗਾ। ਉਹ ਕਹਿੰਦਾ ਜੀ ਮੈਂ ਸ਼ਰਮ ਦੇਣ ਦੇ ਲਈ ਇਹ ਸਾਰੀਆਂ ਗੱਲਾਂ ਕੀਤੀਆਂ, ਪਰ ਐਂਡ 'ਚ ਇਹ ਨਹੀਂ ਕਿਹਾ ਕਿ ਸੁਪਨਿਆਂ 'ਚ ਦਊਂਗਾ। ਬਿਲਕੁਲ, ਉਹਨੇ ਬੜੀ ਸੋਹਣੀ ਗੱਲ ਕਹੀ ਆ। ਉਹ ਕਹਿੰਦਾ ਜੀ ਮੈਂ 20,000 ਰੁਪਇਆ ਵਿਆਜੂ ਫੜ ਕੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਆ, ਮੈਂ ਸਿਰਫ ਸ਼ਰਮ ਦੇਣੀ ਚਾਹੁੰਦਾ ਦੇਸ਼ ਦੇ ਲੋਕਾਂ ਨੂੰ ਵੀ ਤੁਸੀਂ ਆਹ ਗੱਲਾਂ ਸੁਣ ਕੇ ਜੀ ਮੈਂ ਤੁਹਾਨੂੰ ਆਹ ਦੇ ਦੂੰਗਾ, ਮੈਂ ਤੁਹਾਨੂੰ ਗ੍ਰਹਿਣੀਆਂ ਨੂੰ ਆਹ ਦੇ ਦੂੰ, ਮੈਂ ਤੁਹਾਨੂੰ ਆਹ ਕਰ ਲੂੰਗਾ, ਮੈਂ ਕਿਸਾਨਾਂ ਨੂੰ ਆਹ ਦੇ ਦੂੰਗਾ, ਦਿੰਦੇ ਕੁਛ ਨਹੀਂ। ਜੇ ਤੁਸੀਂ ਗੱਪਾਂ ਸੁਣ ਕੇ ਵੋਟਾਂ ਪਾਉਣੀਆਂ, ਮੈਂ ਇਹਨਾਂ ਤੋਂ ਵੱਡੀ ਗੱਪ ਮਾਰੀ ਫਿਰ ਮੈਨੂੰ ਹੀ ਪਾ ਦਿਓ। ਉਹਨੇ ਸ਼ਰਮ ਦਿੱਤੀ ਆ। ਉਹ ਕਹਿੰਦਾ ਵੀ ਔਰਤਾਂ ਨੂੰ ਕੰਮਕਾਜ ਕਰਨ 'ਚ ਸਮੱਸਿਆ, ਮੈਂ ਇੱਕ ਰੋਬੋਟ ਦੇ ਦੂੰਗਾ, ਇਹ ਵੀ ਘਰੇ ਕੰਮ ਕਰਿਆ ਕਰਨਗਾ। ਕਹਿੰਦਾ ਜੀ ਆਪਾਂ ਲਿਖਣਾ ਹੀ ਆ, ਜੋ ਮਰਜ਼ੀ ਲਿਖ ਦਿੰਨੇ ਆ। ਬਿਲਕੁਲ। ਸੋ ਲਗਾਤਾਰ ਜੋ ਸਰਕਾਰ ਹੈ ਉਹਨਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਂਦੇ ਨੇ। ਫਿਰ ਜਿਵੇਂ ਕਿ ਪੰਜਾਬ 'ਚ ਵੀ ਹੁਣ 2022 ਦੀਆਂ ਚੋਣਾਂ ਆਉਣ ਵਾਲੀਆਂ ਨੇ, ਲੋਕਾਂ ਦਾ ਦੋਸ਼ ਹੈ ਕਿ 4 ਸਾਲ ਤੱਕ ਕੁਝ ਨਹੀਂ ਕੀਤਾ ਗਿਆ, 5ਵੇਂ ਸਾਲ ਦੇ ਵਿੱਚ ਹੁਣ ਵੱਡੇ ਜੋ ਬਜਟ ਇਜਲਾਸ ਗਿਆ ਵਾਅਦੇ ਕੈਪਟਨ ਸਾਹਿਬ ਕਹਿੰਦੇ 85% ਵਾਅਦੇ ਅਸੀਂ ਪੂਰੇ ਕਰਤੇ ਆ। ਮੈਂ ਦਾਅਵੇ ਨਾਲ ਕਹਿੰਦਾ ਪੂਰੇ ਪੰਜਾਬ 'ਚੋਂ 85 ਬੰਦੇ ਲੱਭੋ ਜਿਹੜੇ ਕਹਿੰਦੇ ਵੀ 85% ਵਾਅਦੇ ਪੂਰੇ ਹੋ ਗਏ ਆ। ਬਿਲਕੁਲ। ਸੋ ਇਹਨਾਂ ਦੀ ਜੋ ਜ਼ਮੀਨੀ ਹਕੀਕਤ ਹੈ ਜੋ ਸਭ ਨੂੰ ਪਤਾ ਹੁੰਦੀ ਹੈ, ਪਰ ਫਿਰ ਵੀ ਲੋਕ ਨੇ ਜੋ ਵੋਟ ਦੇ ਟਾਈਮ ਦੇ ਉੱਤੇ ਫਿਰ ਤੋਂ ਉਹਨਾਂ ਦੀ ਮੈਂਟੈਲਿਟੀ ਕੀ ਰਹਿੰਦੀ, ਸੋਚ ਕੀ ਰਹਿੰਦੀ, ਉਸ ਦੇ ਉੱਪਰ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਸੋ ਟੈਣਾ ਸਾਹਿਬ ਜਿਵੇਂ ਪਹਿਲਾਂ ਵੀ ਦੱਸਿਆ ਕਿ ਜੇਕਰ ਖੇਤੀ ਕਾਨੂੰਨਾਂ ਦੀ ਗੱਲ ਕਰੀਏ, ਹੁਣ ਸਭ ਦਾ ਮਾਹਿਰਾਂ ਦਾ ਇੱਥੋਂ ਤੱਕ ਕਹਿਣਾ ਹੈ ਕਿ 5 ਰਾਜਾਂ ਦੀਆਂ ਚੋਣਾਂ ਤੇ ਨਿਰਭਰ ਕਰਦਾ ਹੈ ਕਿ ਕਿਸਾਨੀ ਅੰਦੋਲਨ ਦੇ ਬਾਰੇ ਉਹ ਕੀ ਫੈਸਲਾ ਲੈਂਦੇ ਨੇ, ਊਂਠ ਕਿਹੜੀ ਕਰਵਟ ਬੈਠਦਾ ਹੈ। ਕਿਉਂਕਿ ਜੇਕਰ ਉਧਰ ਭਰਵਾਂ ਹੁੰਗਾਰਾ ਮਿਲਦਾ ਤੇ ਉਹ ਕਹਿਣਗੇ ਕਿ ਸਾਡੀਆਂ ਨੀਤੀਆਂ ਹੀ ਇੰਨੀਆਂ ਵਧੀਆਂ ਨੇ ਜੋ ਲੋਕ ਭਾਜਪਾ ਨੂੰ ਮੁੜ ਕੇ ਦੇ ਰਹੇ ਨੇ, ਪਰ ਜੇਕਰ ਉੱਥੋਂ ਹਾਰ ਹੁੰਦੀ ਹੈ ਫਿਰ ਉਹ ਸੋਚ ਸਕਦੇ ਨੇ ਵੀ ਕਿਸਾਨੀ ਦੇ ਮੁੱਦੇ ਦੇ ਬਾਰੇ ਅਗਲਾ ਕੀ ਕਰਨਾ ਹੈ। ਕਿੰਜ ਵੇਖਦੇ ਹੋ? ਦੇਖੋ ਮੈਂ ਤੁਹਾਡੀ ਗੱਲ ਦੇ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ। ਬਹੁਤ ਸਾਰੇ ਲੋਕਾਂ ਦੀ ਇਹ ਰਾਏ ਆ ਵੀ ਜੇਕਰ ਝਟਕਾ ਲੱਗਦਾ ਸ਼ਾਇਦ ਉਹ ਕਿਸਾਨੀ ਬਾਰੇ ਸੋਚ ਲੈਣ, ਪਰ ਜੇਕਰ ਪੱਛਮੀ ਬੰਗਾਲ ਦੇ ਵਿੱਚ ਜਿੱਤ ਜਾਂਦੇ ਆ, ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਵੀ ਇਹਨੂੰ ਐ ਕਰੋ ਇਹਨੂੰ ਐ ਕਰੋ, ਇਹ ਸਾਡਾ ਫਰਜ਼ ਨਹੀਂਗਾ ਬਤੌਰ ਪੱਤਰਕਾਰ। ਜਿਹਨੂੰ ਵੋਟ ਪਾਉਣੀ ਆ ਉਹ ਉਹਦਾ ਨਿੱਜੀ ਅਧਿਕਾਰ ਆ। ਅਸੀਂ ਇਹ ਨਹੀਂ ਗੱਲ ਕਹਿੰਦੇ ਫਲਾਣੇ ਨੂੰ ਵੋਟ ਪਾਓ ਤੇ ਫਲਾਣੇ ਨੂੰ ਨਾ ਪਾਓ। ਇਹ ਤਾਂ ਗੱਲ ਕਿਸਾਨਾਂ ਨੇ ਵੀ ਨਹੀਂ ਕਹੀ ਵੀ ਭਾਈ ਫਲਾਣੇ ਨੂੰ ਪਾਓ, ਉਹਨਾਂ ਨੇ ਇਹ ਗੱਲ ਕਹੀ ਵੀ ਸਾਨੂੰ ਗੁੱਸਾ ਬੀਜੇਪੀ ਦੇ ਉੱਤੇ, ਇਸ ਕਰਕੇ ਇਹਨੂੰ ਨਾ ਪਾਓ, ਹੋਰ ਜਿਹਨੂੰ ਮਰਜ਼ੀ ਪਾਓ। ਪਰ ਮੈਨੂੰ ਲੱਗਦਾ ਵੀ ਜੇਕਰ ਬੀਜੇਪੀ ਜਿੱਤ ਜਾਂਦੀ ਆ ਫਿਰ ਉਹਨੇ ਹੋਰ ਵੀ ਉਹ ਕੁਝ ਕਰਨੇ ਜਿਹੜੇ ਉਹਦੇ ਮਨ ਦੇ ਵਿੱਚ ਕਈ ਹੋਰ ਵਲਵਲੇ ਹੋਣਗੇ, ਕਈ ਹੋਰ ਯੋਜਨਾਵਾਂ ਹੋਣਗੀਆਂ। ਪਰ ਜੇਕਰ ਉਹਨੂੰ ਝਟਕਾ ਲੱਗਦਾ ਸ਼ਾਇਦ ਉਹਨੂੰ ਮਾੜੀ ਮੋਟੀ ਸਮਝ ਆਵੇ ਵੀ ਭਾਈ ਲੋਕ ਸਭ ਤੋਂ ਵੱਡੀ ਤਾਕਤ ਹੁੰਦੇ ਆ, ਲੋਕ ਸਭ ਤੋਂ ਵੱਧ ਆ ਜਿਹੜੇ ਉਹ ਊਰਜਾਵਾਨ ਵੀ ਆ, ਲੋਕ ਸਭ ਤੋਂ ਵੱਧ ਪਾਵਰਫੁਲ ਵੀ ਆ। ਅਸੀਂ ਲੋਕਾਂ ਦੇ ਮੁਕਾਬਲੇ ਦੇ ਪਾਵਰਫੁਲ ਨਹੀਂ, ਲੋਕਾਂ ਨੇ ਸਾਨੂੰ ਬਣਾਇਆ, ਸ਼ਾਇਦ ਇਹ ਪਤਾ ਲੱਗ ਜੇ। ਉਸ ਤੋਂ ਅਗਲੀ ਗੱਲ ਇਹ ਆ ਵੀ ਜੇਕਰ ਤੁਸੀਂ ਪਛਾਣ ਵਾਲੇ ਝਾਤ ਮਾਰ ਕੇ ਦੇਖੋ, ਬਹੁਤ ਸਾਰੇ ਸੂਬਿਆਂ ਦੇ ਵਿੱਚ ਬੀਜੇਪੀ ਨੂੰ ਬਹੁਮਤ ਨਹੀਂ ਵੀ ਮਿਲਿਆ, ਪਰ ਫਿਰ ਵੀ ਉਹ ਰਾਜਪਾਲ ਦੇ ਨਾਲ ਗੰਢ-ਸੰਢ ਕਰਕੇ ਉਹ ਜਿਹੜੀ ਪਾਰਟੀ ਨੂੰ ਘੱਟ ਵੋਟਾਂ ਮਿਲੀਆਂ ਹੁੰਦੀਆਂ ਉਹਦੇ ਨਾਲ ਸੰਪਰਕ ਕਰਕੇ ਗੱਠਜੋੜ ਕਰਕੇ ਆਪਣੀ ਸਰਕਾਰ ਬਣਾ ਜਾਂਦੇ ਆ। ਸੋ ਬਹੁਤ ਘੱਟ ਥਾਵਾਂ ਜਿੱਥੇ ਕਿ ਬੀਜੇਪੀ ਨੂੰ ਮੁਕੰਮਲ ਬਹੁਮਤ ਮਿਲਿਆ, ਪਰ ਕਿਉਂਕਿ ਉਹਨਾਂ ਨੂੰ ਜੋੜ ਤੋੜ ਕਰਨਾ ਆਉਂਦਾ, ਇਸ ਕਰਕੇ ਉਹ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ। ਬਿਲਕੁਲ ਟੈਣਾ ਸਾਹਿਬ, ਸਾਡੇ ਦਰਸ਼ਕ ਵੀ ਜੁੜੇ ਹੋਏ ਨੇ। ਗੁਰਮੇਜ ਬਾਜਵਾ, ਚਰਨ ਵੜਿੰਗ, ਹਰਜਿੰਦਰ ਸਿੰਘ ਧਾਲੀਵਾਲ, ਗੁਰਜੰਟ ਸਿੰਘ, ਜਗਤਾਰ ਸਿੰਘ, ਅਮਰੀਕ ਕੌਰ ਢਿੱਲੋਂ, ਹੋਰ ਵੀ ਕਈ ਦਰਸ਼ਕ ਨੇ। ਦਰਸ਼ਕਾਂ ਦਾ ਸਵਾਲ ਸ਼ਬਦਾਵਲੀ ਨੂੰ ਲੈ ਕੇ ਹੈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਦਰਸ਼ਨ ਹੁੰਦੇ ਨੇ, ਇੱਕ ਮੁੱਦਾ ਉਠਾਇਆ ਗਿਆ ਸੀ ਭਾਜਪਾ ਸਰਕਾਰ ਦੇ ਵੱਲੋਂ ਕਿ ਸ਼ਬਦਾਵਲੀ ਸਹੀ ਨਹੀਂ ਵਰਤੀ ਜਾ ਰਹੀ, ਕਿ ਪ੍ਰਧਾਨ ਮੰਤਰੀ ਮੋਦੀ ਲਈ ਅਜਿਹੀ ਸ਼ਬਦਾਵਲੀ, ਬੇਸ਼ੱਕ ਜੋ ਸ਼ਬਦਾਵਲੀ ਵਰਤੀ ਜਾਂਦੀ ਹੈ ਅਸੀਂ ਵੀ ਉਸਦੀ ਜੋ ਸਮਰਥਨ ਨਹੀਂ ਕਰਦੇ ਕਿ ਸ਼ਬਦਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਪਰ ਹੁਣ ਜੋ ਪੱਛਮੀ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਭਾਜਪਾ ਦੇ ਨੇਤਾਵਾਂ ਦੇ ਵੱਲੋਂ, ਜਿਵੇਂ ਤੁਸੀਂ ਵੀ ਪਹਿਲਾਂ ਗੱਲ ਕੀਤੀ ਹੈ ਇੱਥੇ ਤੱਕ, ਕਿਉਂਕਿ ਪ੍ਰਧਾਨ ਮੰਤਰੀ ਦੀ ਜੇਕਰ ਗੱਲ ਕਰੀਏ ਹੁਣ ਜਿਸ ਪੋਸਟ ਤੇ ਉਹ ਬੈਠੇ ਹੋਏ ਨੇ, ਹੁਣ ਉਹ ਕਿਤੇ ਭਾਜਪਾ ਦੇ ਇਕੱਲੇ ਪ੍ਰਧਾਨ ਮੰਤਰੀ ਨਹੀਂ, ਉਹ ਪੂਰੇ ਦੇਸ਼ ਦੀ ਨੁਮਾਇੰਦਗੀ ਕਰ ਰਹੇ ਨੇ, ਚਾਹੇ ਕੋਈ ਕਾਂਗਰਸੀ ਹੈ ਚਾਹੇ ਕੋਈ ਅਕਾਲੀ ਨੂੰ ਵੋਟ ਪਾਉਂਦਾ ਹੈ, ਪਰ ਹੁਣ ਪ੍ਰਧਾਨ ਮੰਤਰੀ ਤਾਂ ਸਭ ਦੇ ਨੇ। ਪਰ ਉਹਨਾਂ ਦੇ ਵੱਲੋਂ ਲਗਾਤਾਰ ਜੋ ਸ਼ਬਦਾਵਲੀ ਪੱਛਮੀ ਬੰਗਾਲ ਦੇ ਵਿੱਚ ਜਿਹੋ ਜਿਹੀ ਵਰਤੀ ਜਾਂਦੀ ਹੈ, ਲੋਕ ਉਸ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਪ੍ਰਧਾਨ ਮੰਤਰੀ ਨੂੰ ਤਾਂ ਪਹਿਲਾਂ ਅਜਿਹਾ ਹੋਣਾ ਚਾਹੀਦਾ ਕਿ ਚੋਣ ਪ੍ਰਚਾਰ, ਜਦੋਂ ਉਹ ਪ੍ਰਧਾਨ ਮੰਤਰੀ ਦੀ ਪੋਸਟ ਤੇ ਉਹਨਾਂ ਨੂੰ ਚੋਣ ਪ੍ਰਚਾਰ ਰੈਲੀਆਂ ਦਾ ਹਿੱਸਾ ਹੀ ਨਹੀਂ ਬਣਨਾ ਚਾਹੀਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ। ਜੇਕਰ ਹਿੱਸਾ ਬਣਦਾ ਵੀ ਹੈ ਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੋ ਜਿਹੀ ਸ਼ਬਦਾਵਲੀ ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ। ਬਿਲਕੁਲ ਜੀ, ਗੱਲ ਸਹੀ ਹੈ ਸਾਡੇ ਸਾਰੇ ਦਰਸ਼ਕਾਂ ਦੀ, ਉਹਨਾਂ ਦਾ ਸਵਾਲ ਬਿਲਕੁਲ ਵਾਜਬ ਹੈ। ਦੇਖੋ ਗੱਲ ਇਹ ਹੈ ਵੀ ਆਪਦੀਆਂ ਕੱਛ 'ਚ
ਦੂਜਿਆਂ ਦੀਆਂ ਹੱਥ ਦੇ ਵਿੱਚ, ਇਹ ਗੱਲ ਲੱਗਦੀ ਹੈ ਮੈਨੂੰ, ਕਿਉਂਕਿ ਇਹ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਇੱਕ ਪੀਐਮ ਕਹਿੰਦਾ ਹੋਵੇ ਵੀ ਸੀਐਮ ਨੂੰ ਆਪਾਂ ਹਰਾਉਣਾ, ਇੰਨੀ ਸ਼ਿੱਦਤ ਦੇ ਨਾਲ ਕਹਿੰਦਾ ਹੋਵੇ, ਤੇ ਵਾਰ-ਵਾਰ ਪੀਐਮ ਇਹ ਵੀ ਗੱਲ ਕਹਿੰਦਾ ਹੋਵੇ कि यहाँ दीदी हैं जो इन्होंने मेरे पर बहुत सारे हमला करवाने की कोशिश की, मगर मैंने कुदरत के लिए ऐसे कर दिया, मैंने लोगों के लिए ऐसे कर दिया। भी ये किहड़े काम च पए आ आपां सारे लोग आ जिहड़े इकट्ठे होके, पूरी वजारत जिहड़ी इकट्ठी होके, पूरे देशां दे सूबियां दे विच सरकारां बीजेपी ਦੀਆਂ ਜਿੱਥੇ ਜਿੱਥੇ ਉਹ ਸਾਰੇ ਇਕੱਠੇ ਹੋ ਕੇ ਇੱਕ ਔਰਤ ਦੇ ਬਾਰੇ ਇਦਾਂ ਦੀ ਸ਼ਬਦਾਵਲੀ ਵਰਤਦੇ ਆ, ਹਾਰ ਜਿੱਤ ਵਿਕਾਸ ਦੇ ਨਾਂ ਦੇ ਉੱਤੇ ਹੋਵੇ, ਇਹ ਗੱਲ ਚੰਗੀ ਲੱਗਦੀ ਆ। ਤੁਸੀਂ ਹਾਰ ਜਿੱਤ ਦੇ ਵਿੱਚ ਗੱਲ ਕਰੋ ਜੀ ਕਿ ਅਸੀਂ ਆਹ ਕੁਝ ਕਰ ਦਿਖਾਵਾਂਗੇ, ਆਹ ਕੁਝ ਕਰ ਦਿਖਾਇਆ। ਕੀ ਪੱਛਮੀ ਬੰਗਾਲ ਭਾਰਤ ਦਾ ਅੰਗ ਨਹੀਂਗਾ? ਕੀ ਪੱਛਮੀ ਬੰਗਾਲ ਆ ਜਿਹੜਾ ਉਹ ਯੁਗਾਂਡਾ ਚ ਪੈਂਦਾ? ਜਾਂ ਪੰਜਾਬ ਭਾਰਤ ਦਾ ਅੰਗ ਨਹੀਂਗਾ? ਕੀ ਪੰਜਾਬ ਆ ਜਿਹੜਾ ਪਾਕਿਸਤਾਨ ਚ ਪੈਂਦਾ? ਇਹ ਕਹਿੰਦੇ ਜੀ ਅਸੀਂ ਬਾਕੀ ਥਾਵਾਂ ਦੇ ਵਾਂਗੂ ਪੱਛਮੀ ਬੰਗਾਲ ਦਾ ਵੀ ਵਿਕਾਸ ਕਰ ਦੇਂਗੇ। ਪਹਿਲਾਂ ਤਾਂ ਇਹ ਦੱਸੋ ਵੀ ਬਾਕੀ ਥਾਵਾਂ ਦਾ ਵਿਕਾਸ ਕਿੰਨਾ ਕੁ ਹੋਇਆ? ਦੂਜੀ ਗੱਲ ਇਹ ਵੀ ਬਾਕੀ ਥਾਵਾਂ ਵਾਂਗੂ ਪਹਿਲਾਂ ਪੱਛਮੀ ਬੰਗਾਲ ਦਾ ਵਿਕਾਸ ਕਿਉਂ ਨਾ ਕੀਤਾ? ਕੀ ਤੁਸੀਂ ਪੂਰੇ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ? ਇਹ ਉਹ ਸਵਾਲ ਆ, ਜੇਕਰ ਕੋਈ ਕਰੇ ਤਾਂ ਕਹਿ ਦਿੰਦੇ ਦੇਸ਼ ਧਰੋਹੀ ਆ। ਬਿਲਕੁਲ। ਸੋ ਲਗਾਤਾਰ ਲੋਕਾਂ ਦਾ ਕਹਿਣਾ ਹੈ ਕਿ ਜੋ ਦੇਸ਼ ਦੀ ਨੁਮਾਇੰਦਗੀ ਕਰਦੇ ਨੇ, ਜੋ ਰਾਸ਼ਟਰਪਤੀ ਸਾਹਿਬ ਵਰਗੇ ਅਹੁਦੇ ਨੇ, ਪ੍ਰਧਾਨ ਮੰਤਰੀ ਸਾਹਿਬ ਵਰਗੇ ਅਹੁਦੇ ਨੇ, ਇਹਨਾਂ ਨੂੰ ਧਰਮ ਦੇ ਆਧਾਰ ਦੇ ਉੱਪਰ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਇਹਨਾਂ ਨੂੰ ਚੋਣ ਪ੍ਰਚਾਰ ਰੈਲੀਆਂ ਦਾ ਹਿੱਸਾ ਬਣਨ ਤੋਂ ਗੁਰੇਜ਼ ਕਰਨਾ ਚਾਹੀਦਾ, ਕਿਉਂਕਿ ਜੋ ਇਹ ਅਹੁਦੇ ਨੇ ਇਹ ਕਿਸੇ ਇੱਕ ਧਰਮ ਦੇ ਲਈ ਜਾਂ ਕਿਸੇ ਇੱਕ ਪਾਰਟੀ ਦੇ ਲਈ ਨਹੀਂ ਹੁੰਦੇ, ਪੂਰੀ ਦੇਸ਼ ਦੀ ਨੁਮਾਇੰਦਗੀ ਕਰਦੇ ਨੇ। ਟਾਣਾ ਸਾਹਿਬ, ਸਾਡੇ ਨਾਲ ਦਰਸ਼ਕ ਕਾਫੀ ਜੁੜੇ ਹੋਏ ਨੇ, ਕੁਲਦੀਪ ਸਿੱਧੂ, ਹਰਭਜਨ ਸਿੰਘ, ਸੁਖਬੀਰ ਸਿੰਘ, ਸਾਰੇ ਹੀ ਗੱਲ ਕਰ ਰਹੇ ਨੇ। ਚੋਣਾਂ ਚੱਲ ਰਹੀਆਂ ਨੇ, ਕਿਸਾਨ ਅੰਦੋਲਨ ਚੱਲ ਰਿਹਾ, ਇਸ ਦੌਰਾਨ ਕਰੋਨਾ ਵੀ ਚੱਲ ਰਿਹਾ, ਲਗਾਤਾਰ ਪੈਰ ਪਸਾਰਦਾ ਜਾ ਰਿਹਾ। ਆંકੜੇ ਹੈਰਾਨ ਕਰਨ ਵਾਲੇ ਨੇ, 50-50 ਹਜ਼ਾਰ ਦਾ ਆંકੜਾ ਪਾਰ ਕਰ ਰਿਹਾ। ਇੱਕਦਮ ਵਿੱਚ ਜਿਹੀ ਠੱਲ ਜਿਹੀ ਪਈ ਸੀ, ਟੀਕਾਕਰਨ ਮੁਹਿੰਮ ਸ਼ੁਰੂ ਹੋਈ, ਜਿਵੇਂ ਟੀਕਾਕਰਨ ਮੁਹਿੰਮ ਸ਼ੁਰੂ ਹੋਈ, ਕਰੋਨਾ ਨੇ ਦੁਬਾਰਾ ਤੋਂ ਪੈਰ ਪਸਾਰਨੇ ਸ਼ੁਰੂ ਕਰ ਲਏ। ਕਿੰਜ ਵੇਖਦੇ? ਦੇਖੋ, ਕੱਲ ਦੀ ਇੱਕ ਰਿਪੋਰਟ ਹੈ, ਕੇਂਦਰੀ ਸਿਹਤ ਮਹਿਕਮੇ ਨੇ ਕਿਹਾ ਪੰਜਾਬ ਦੇ ਲੋਕ ਕਰੋਨਾ ਵੈਕਸੀਨ ਲੈਣ ਦੇ ਵਿੱਚ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੇ। ਕਹਿੰਦੇ ਜੀ ਪੰਜਾਬ ਦੀ ਆਬਾਦੀ ਲਗਭਗ 3 ਕਰੋੜ, ਹੁਣ ਤੱਕ ਲਗਭਗ 6 ਲੱਖ ਲੋਕਾਂ ਨੇ ਟੀਕਾ ਲਵਾਇਆ। ਪਰ ਉਹਦੇ ਪਿੱਛੇ ਕਾਰਨ ਕੀ ਆ? ਹੁਣ ਕੇਂਦਰ ਦੇ ਸਿਹਤ ਮਹਿਕਮੇ ਨੂੰ ਇਹ ਵੀ ਪੜ੍ਹਨਾ ਚਾਹੀਦਾ। ਜਦੋਂ ਪਟਨੇ ਦੇ ਵਿੱਚ 3 ਡਾਕਟਰ ਇਹੋ ਜਿਹੇ ਆ ਜਿਨ੍ਹਾਂ ਨੇ ਕਰੋਨਾ ਦੀ ਦੂਜੀ ਡੋਜ਼ ਵੀ ਲੈ ਲਈ। ਆਪਾਂ ਆਮ ਤੌਰ ਤੇ ਕਹਿੰਦੇ ਵੀ ਚਲੋ ਇੱਕ ਡੋਜ਼ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ, ਜਦੋਂ ਡੋਜ਼ ਦੋਨੋਂ ਮਿਲ ਜਾਣ ਭਾਰਤ ਦੇ ਵਿੱਚ, ਕੋਰਸ ਪੂਰਾ ਹੋ ਗਿਆ, ਫਿਰ ਕਰੋਨਾ ਨਹੀਂ ਹੁੰਦਾ। ਉਹ 3 ਡਾਕਟਰਾਂ ਨੇ ਦੂਜੀ ਡੋਜ਼ ਵੀ ਲਈ ਆ, ਪਰ 28ਵੇਂ ਦਿਨ ਕਰੋਨਾ ਹੋ ਗਿਆ। ਹੁਣ ਗੱਲ ਕਰਦੇ ਲਖਨਊ ਦੇ ਸਿਵਲ ਹਸਪਤਾਲ ਦੇ ਡਾਕਟਰ ਦੀ, ਉਹਨੇ ਇਹ ਗੱਲ ਕਹੀ ਹੈ ਮੈਂ ਦੂਜੀ ਡੋਜ਼ ਲਈ, ਇਸ ਦੇ ਬਾਵਜੂਦ ਮੈਂ ਕਰੋਨਾ ਪੋਜ਼ਿਟਿਵ ਹੋ ਗਿਆ। ਮੇਰੇ ਕਈ ਜਾਣਕਾਰ ਆ ਜਿਹੜੇ ਕਿ ਇਸ ਵਕਤ ਦੱਸਦੇ ਆ ਜੀ ਕਿ ਸਾਡੇ ਰਿਸ਼ਤੇਦਾਰ ਨੇ, ਮੇਰੇ ਡੈਡੀ ਨੇ, ਮੇਰੀ ਭੈਣ ਨੇ, ਮੇਰੀ ਮਾਂ ਨੇ, ਮੇਰੀ ਘਰਵਾਲੀ ਨੇ ਕਰੋਨਾ ਦੀ ਡੋਜ਼ ਲਈ। ਉਹਨੇ ਰੂਟੀਨ ਦੇ ਵਿੱਚ ਲਈ, ਉਹਨੂੰ ਪਹਿਲਾਂ ਕੋਈ ਸਮੱਸਿਆ ਨਹੀਂ ਸੀ, ਪਰ ਜਦੋਂ ਟੈਸਟ ਕਰਵਾਇਆ ਚੌਥੇ 5ਵੇਂ ਦਿਨ ਉਹ ਕਰੋਨਾ ਪੋਜ਼ਿਟਿਵ ਨਿਕਲਿਆ। ਸੋ ਲੋਕਾਂ ਨੇ ਮਨ ਦੇ ਵਿੱਚ ਭੰਬਲ ਭੂਸਾ, ਲੋਕਾਂ ਦੇ ਮਨ ਦੇ ਵਿੱਚ ਸ਼ੱਕ ਆ ਵੀ ਦਵਾਈ ਲਈਏ ਕਿ ਨਾ ਲਈਏ। ਪਹਿਲਾਂ ਤਾਂ ਸਿਹਤ ਮਹਿਕਮੇ ਨੂੰ ਇਸ ਗੱਲ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ। ਹੁਣ ਸਿਹਤ ਮਹਿਕਮੇ ਨੇ ਇੱਕ ਹੋਰ ਜਾਣਕਾਰੀ ਦਿੱਤੀ ਆ, ਉਹ ਕਹਿੰਦੇ ਜੀ ਅਸੀਂ ਤਾਂ ਕਦੇ ਕਿਹਾ ਹੀ ਨਹੀਂ ਵੀ ਜੇ ਤੁਸੀਂ ਦੋਨੋਂ ਡੋਜ਼ ਲੈ ਲਈਆਂ ਤੁਹਾਨੂੰ ਕਰੋਨਾ ਹੋਣਾ ਹੀ ਨਹੀਂ। ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ 75 ਤੋਂ ਲੈ ਕੇ 80% ਤੱਕ ਇਹਦਾ ਸਕਸੈਸ ਰੇਟ ਆ। ਮਤਲਬ ਇਹ ਆ ਵੀ 20 ਤੋਂ ਲੈ ਕੇ 25% ਲੋਕ ਆ ਜਿਹੜੇ ਉਹ ਫੇਰ ਵੀ ਕਰੋਨਾ ਪੋਜ਼ਿਟਿਵ ਹੋ ਸਕਦੇ 2 ਡੋਜ਼ ਲੈਣ ਤੋਂ ਬਾਅਦ। ਇਹਨਾਂ ਗੱਲਾਂ ਕਰਕੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਖੜੇ ਹੋਏ ਆ। ਪਹਿਲਾਂ ਇਹ ਸਵਾਲ ਦੂਰ ਕਰਨੇ ਚਾਹੀਦੇ ਆ ਤੇ ਫਿਰ ਅਗਲੀ ਗੱਲ ਕਰਨੀ ਚਾਹੀਦੀ ਆ। ਉਸ ਤੋਂ ਅਗਲੀ ਗੱਲ ਕਰ ਲਓ ਵੀ ਪੰਜਾਬ ਦੇ ਵਿੱਚ ਕਰੋਨਾ ਦੇ ਕੇਸ ਕਿਵੇਂ ਆ। ਅੱਜ ਜੇ ਅਕਾਲੀ ਦਲ ਦੇ ਆਗੂਆਂ ਨੂੰ ਕਹੇ ਵੀ ਭਾਈ ਤੁਸੀਂ ਰੈਲੀ ਨਾ ਕਰਿਓ, ਉਹ ਕਹਿੰਦੇ ਆਪ ਨੇ ਨਹੀਂ ਕੀਤੀ। ਆਪ ਵਾਲਿਆਂ ਨੂੰ ਕਹਿ ਦਿੰਦੇ ਅਕਾਲੀਆਂ ਨੇ ਨਹੀਂ ਕੀਤੀ। ਇਧਰ ਜੇ ਕਿਸੇ ਨੂੰ ਕਹੇ ਜੀ ਕਿ ਤੁਸੀਂ ਇਧਰ ਜਿਹੜਾ ਹਰਿਦੁਆਰ ਦੇ ਵਿੱਚ ਕੁੰਭ ਦਾ ਮੇਲਾ ਹੈਗਾ, ਉਹ ਕੁੰਭ ਦੇ ਮੇਲੇ ਦੇ ਵਿੱਚ ਨਾ ਜਾਓ, ਉਹ ਕਹਿ ਦਿੰਦੇ ਜੀ ਕਿ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਨਹੀਂ ਹੋਲੇ ਮਹੱਲੇ ਤੇ ਗਏ। ਹੋਲੇ ਮਹੱਲੇ ਵਾਲਿਆਂ ਨੂੰ ਕਹਿ ਦਿੰਦੇ ਜੀ, ਉਹ ਕਹਿੰਦੇ ਹਿੰਦੂ ਧਰਮ ਵਾਲੇ ਨੇ ਏਦਾਂ ਨਹੀਂ ਕੀਤਾਗਾ। ਇੱਕ ਦੂਜੇ ਦੇ ਉੱਤੇ ਅਸੀਂ ਵਾਰ ਕਰਦੇ ਆ, ਇੱਕ ਦੂਜੇ ਦੀ ਅਸੀਂ ਰੀਸ ਕਰਦੇ ਆ, ਜਿਹਦੇ ਕਰਕੇ ਸ਼ਾਇਦ ਭਾਰਤ ਦੇ ਵਿੱਚ ਕਰੋਨਾ ਹੋਰ ਵੱਧ ਰਿਹਾ। ਪਰ ਕਰੋਨਾ ਵੀ ਬੜਾ ਸਿਆਣਾ 5 ਸੂਬਿਆਂ ਦੇ ਵਿੱਚ ਬਿਲਕੁਲ ਨਹੀਂ ਹੋਣਾ। 5 ਸੂਬਿਆਂ ਦੇ ਵਿੱਚ ਜਾਊਗਾ 2 ਮਈ ਦੇ ਨਤੀਜਿਆਂ ਤੋਂ ਬਾਅਦ। ਜੇਕਰ ਕਿਸੇ ਸੂਬੇ ਨੂੰ ਇਸ ਵਕਤ ਤੁਸੀਂ ਕਰੋਨਾ ਤੋਂ ਬਚਾਉਣਾ, ਨਾਲ ਦੀ ਨਾਲ ਉੱਥੇ ਚੋਣਾਂ ਦਾ ਐਲਾਨ ਕਰ ਦਿਓ, ਕਰੋਨਾ ਭੱਜ ਜਾਂਦਾ। ਬਿਲਕੁਲ। ਸੋ ਕਰੋਨਾ ਨੂੰ ਜੋ ਚੋਣਾਂ ਦੇ ਦੌਰਾਨ ਜਿਹੋ ਜਿਹੀ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਚੱਲੀਆਂ ਨੇ ਤੇ ਭਾਜਪਾ ਸਰਕਾਰ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਚਾਨਕ ਤੋਂ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਾਂਦੀ ਕਿ ਕਰੋਨਾ ਫੈਲ ਰਿਹਾ ਤੇ ਅਗਲੇ ਦਿਨ ਹੀ ਉਹਨਾਂ ਦੇ ਵੱਲੋਂ ਰੈਲੀ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ। ਸੋ ਲਗਾਤਾਰ ਜੋ ਸਵਾਲਾਂ ਦੇ ਘੇਰੇ ਵਿੱਚ ਆਉਂਦੀਆਂ, ਇਹਨਾਂ ਦੇ ਵੱਲੋਂ ਖੁਦ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ, ਸਭ ਤੋਂ ਪਹਿਲਾਂ ਇਹਨਾਂ ਨੂੰ ਖੁਦ ਵਿਸ਼ਵਾਸ ਬਣਾਉਣਾ ਚਾਹੀਦਾ ਲੋਕਾਂ ਦੇ ਵਿੱਚ। ਸੋ ਜਾਂਦੇ ਹੋਏ, ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ, ਅੱਜ ਬੰਦ ਹੈ, ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਸਰ ਜਿਵੇਂ ਤੁਸੀਂ ਦੱਸਿਆ ਕਿ ਹੁਣ ਦੇਖੋ ਕਿ ਇਹਨਾਂ ਤੇ ਕੀ ਹੁੰਦਾ, ਪਰ ਜੇਕਰ ਕਿਸਾਨੀ ਸੰਘਰਸ਼ ਜਿਸ ਮੋੜ ਦੇ ਉੱਪਰ ਖੜਾ ਹੈ, ਖੜੋਤ ਆਈ ਹੋਈ ਹੈ, ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਇਹਨਾਂ ਨੂੰ ਲਿਖਣੀ ਚਾਹੀਦੀ ਹੈ? ਪੱਤਰਕਾਰ ਦੇ ਤੌਰ ਤੇ ਕੀ ਸੋਚਦੇ ਹੋ? ਜਾਂ ਫਿਰ ਇਹਨਾਂ ਨੂੰ ਜੋ ਉਹਨਾਂ ਦੇ ਵੱਲੋਂ ਸ਼ਰਤਾਂ ਦਿੱਤੀਆਂ ਗਈਆਂ ਸੀ ਕੇਂਦਰ ਸਰਕਾਰ ਦੇ ਵੱਲੋਂ, ਉਹ ਮੰਨ ਲੈਣੀਆਂ ਚਾਹੀਦੀਆਂ? ਦੇਖੋ, ਇਹ ਨਾ ਜਿਹੜੀਆਂ ਸ਼ਰਤਾਂ ਜੇਕਰ ਉਵੇਂ ਹੀ ਮੰਨਣੀਆਂ
ਤੇ ਫਿਰ ਤਾਂ ਪਹਿਲਾਂ ਹੀ ਮੰਨ ਲੈਣੀਆਂ ਚਾਹੀਦੀਆਂ ਸੀ। ਇਹ ਸ਼ਰਤਾਂ ਬਿਲਕੁਲ ਉਵੇਂ ਹੀ ਆ ਜਿਵੇਂ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਸੀ ਬਿਜਲੀ ਮਹਿਕਮਾ ਲੈ ਲਾ, ਉਹ ਕਹਿੰਦਾ ਮੈਂ ਨਹੀਂ ਲੈਣਾ। ਤੇ ਜੇਕਰ ਉਹ ਹੁਣ ਫਿਰ ਕੈਬਨਿਟ ਦੇ ਵਿੱਚ ਬਿਜਲੀ ਮਹਿਕਮਾ ਹੀ ਲੈਣਾ ਆ ਜਾਂਦਾ ਤੇ ਫਿਰ ਹੁਣ ਤੱਕ ਰੌਲਾ ਰੱਪਾ ਕਿਹੜੀ ਗੱਲੋਂ ਪਾਈ ਰੱਖਿਆ? ਸਵਾਲ ਲੋਕਾਂ ਨੇ ਮਨਾ ਚਾਉਣੇ ਆ। ਜੇ ਹੁਣ ਅੱਜ ਕਿਸਾਨ ਮੰਨ ਜਾਂਦੇ ਆ, ਮੰਨ ਲਓ ਕਿਸਾਨ ਆਗੂ ਮੰਨ ਜਾਂਦੇ ਆ ਵੀ 1.5 ਸਾਲ ਦੀ ਸੋਧ ਦੇ ਉੱਤੇ ਅਸੀਂ ਮੰਨਦੇ ਆ ਜੀ, ਰੋਕਣ ਦੇ ਉੱਤੇ ਮੰਨਦੇ ਆ, ਤਾਂ ਫਿਰ ਕਿਸਾਨਾਂ ਦੇ ਮਨ ਦੇ ਵਿੱਚ ਇਹ ਵੀ ਗੱਲ ਆਊ ਵੀ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਅਸੀਂ ਆਪਦੇ ਕਿੰਨੇ ਭੈਣਾਂ ਵੀਰ ਗਵਾ ਚੁੱਕੇ ਆ, ਅਸੀਂ ਕਿੰਨੀਆਂ ਸਮੱਸਿਆਵਾਂ ਦੇ ਨਾਲ ਮੱਥਾ ਲਾਇਆ। ਸੋ ਕਿਸਾਨ ਆਪਣੀ ਮੰਗ ਦੇ ਉੱਤੇ ਅਡਿੱਗ ਆ। ਉਹ ਕਹਿੰਦੇ ਜੀ ਕਾਨੂੰਨ ਰੱਦ ਵੀ ਕਰੋ, MSP ਦਿਓ, ਲਿਖਤੀ ਤੌਰ ਦੇ ਉੱਤੇ ਗਰੰਟੀ ਦਿਓ, ਪਰ ਇਹ ਹੁਣ ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ ਮੀਟਿੰਗ ਦਾ ਵਕਤ ਨਹੀਂ ਕੱਢਦੀਗੀ ਤੇ ਉਨੀ ਦੇਰ ਤੱਕ ਮਸਲੇ ਦਾ ਹੱਲ ਨਹੀਂ ਹੋਣਾ। ਮੀਟਿੰਗ ਹੋਊਗੀ, ਇੱਕ ਪਾਸੇ ਬੀਜੇਪੀ ਦੇ ਨੇਤਾ ਵਾਰ-ਵਾਰ ਕਹੀ ਜਾਂਦੇ ਆ ਸੰਵਾਦ ਕੇ ਸਾਥ ਹੀ ਮਸਲੇ का हल होता है, बातचीत से ही कोई हल निकलता है, ਤੇ बातचीत कर लो, ਤੁਹਾਨੂੰ ਰੋਕਿਆ ਕਿਨੇ ਆ? ਹਾਲੇ ਤੱਕ ਪ੍ਰਧਾਨ ਮੰਤਰੀ ਸਾਹਿਬ ਇੱਕ ਫੋਨ ਕਾਲ ਨਹੀਂ ਕਰ ਸਕੇ, ਨਾਲੇ ਕਹਿੰਦੇ ਸੀ ਵੀ ਮੇਰੇ ਤੇ ਕਿਸਾਨਾਂ ਦਰਮਿਆਨ ਸਿਰਫ ਇੱਕ ਫੋਨ ਕਾਲ ਦੀ ਦੂਰੀ ਆ। ਸੋ ਮਸਲਾ ਜਿਹੜਾ ਇਹ ਬਹੁਤ ਵੱਡਾ, ਪਰ ਕੇਂਦਰ ਗੰਭੀਰਤਾ ਨਾਲ ਲਵੇ ਇਹਨੂੰ ਤੇ ਉਹਨੂੰ ਝਟਕਾ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਲੱਗੂਗਾ, ਪਰ ਕਿਸਾਨ ਇਸ ਵਕਤ ਡਟੇ ਹੋਏ ਆ ਤੇ ਡਟੇ ਹੋਏ ਲੋਕਾਂ ਨੂੰ ਸਲਾਮ ਆ ਜੀ। ਬਿਲਕੁਲ। ਸੋ ਲਗਾਤਾਰ ਸੰਘਰਸ਼ ਜਾਰੀ ਹੈ, ਜਿਹੇ ਦੇ ਵਿੱਚ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਰਿਹਾ ਹੈ। ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੋਦੀ ਸਰਕਾਰ, ਭਾਜਪਾ ਸਰਕਾਰ ਇਸ ਸੰਬੰਧੀ ਕੀ ਫੈਸਲਾ ਲੈਂਦੀ ਹੈ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਇੰਨਾ ਹੀ। ਕੱਲ ਫਿਰ ਲਾਈਵ ਰੂਬਰੂ ਹੋਵਾਂਗੇ ਪ੍ਰੋਗਰਾਮ ਖਬਰਾਂ ਦੇ ਆਰ-ਪਾਰ ਲੈ ਕੇ। ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸੋਨ ਸਿੰਘ ਟੈਨਾ ਜੀ ਨੂੰ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ